ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕੌਰ ਨਿੱਗਾ ਸਵਾਗਤ ਕਰਦੀ ਹਾਂ। ਤੇ ਦਰਸ਼ਕੋ, ਜਿਸ ਤਰ੍ਹਾਂ ਦੇ ਨਾਲ ਸਾਨੂੰ ਪਤਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ 12ਵੀਂ ਜਮਾਤ ਦੇ ਬੱਚਿਆਂ ਦਾ ਜਿਹੜਾ ਨਤੀਜੇ ਐਲਾਨੇ ਗਏ ਨੇ, ਔਰ ਉਹਦੇ ਵਿੱਚ ਜਿਹੜੇ ਕਸ਼ਮੀਰ ਦੇ ਬੱਚਿਆਂ ਨੇ ਬਹੁਤ ਸੋਹਣੇ ਨੰਬਰ ਲੈ ਕੇ ਸਾਡੇ ਸਿੱਖ ਬੱਚਿਆਂ ਨੇ ਸਾਨੂੰ ਮਾਣ ਮਹਿਸੂਸ ਕਰਵਾਇਆ। ਤਾਂ ਇੱਕ ਬਾਣੀ ਚੈਨਲ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਹੁੰਦੀ ਹੈ ਕਿ ਅਸੀਂ ਸਾਡੇ ਸਿੱਖ ਕੌਮ ਦੇ ਉਹਨਾਂ ਹੋਣਹਾਰ ਬੱਚਿਆਂ ਨੂੰ ਵੀ ਤੁਹਾਡੇ ਰੂਬਰੂ ਕਰੀਏ, ਤਾਂ ਜੋ ਅੱਗੇ ਤੋਂ ਵੀ ਉਹ ਇਉਂ ਹੀ ਮਿਹਨਤ ਕਰਨ, ਸਾਡਾ ਸਾਰਿਆਂ ਦਾ ਨਾਮ ਉੱਚਾ ਕਰਨ, ਸਾਡਾ ਸਿਰ ਉੱਚਾ ਕਰਨ, ਤੇ ਨਾਲ ਹੀ ਉਹਨਾਂ ਦੀ ਹੌਸਲਾ ਅਫਜ਼ਾਈ ਹੋਵੇ, ਤੇ ਨਾਲ ਹੀ ਹੋਰ ਵੀ ਬੱਚੇ ਉਹਨਾਂ ਨੂੰ ਵੇਖ ਕੇ ਅਗਾਂਹ ਤੋਂ ਇਉਂ ਮਿਹਨਤ ਕਰਨ ਦੀ ਪੂਰੀ ਕੋਸ਼ਿਸ਼ ਕਰਨ। ਤੇ ਹੁਣ ਤੁਸੀਂ ਵੇਖ ਸਕਦੇ ਹੋ ਮੇਰੇ ਨਾਲ ਬਾਰਾਮੂਲਾ ਦੀ ਇੱਕ ਬੱਚੀ, ਕਸ਼ਮੀਰ ਬਾਰਾਮੂਲਾ ਤੋਂ ਤਨਜੀਤ ਕੌਰ ਨੇ ਮੇਰੇ ਨਾਲ, ਜਿਨ੍ਹਾਂ ਨੇ 500 ਦੇ ਵਿੱਚੋਂ 485 ਜਿਹੜੇ ਅੰਕ ਹਾਸਲ ਕੀਤੇ ਨੇ ਉਹਨਾਂ ਸਾਇੰਸ ਸਟਰੀਮ ਦੇ ਵਿੱਚ 12ਵੀਂ ਜਮਾਤ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਮੈਂ ਤਨਜੀਤ ਕੌਰ ਹੋਣਾ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਆਵਾਜ਼ ਆ ਰਹੀ ਹੈ? हाँ जी। ਜੀ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬਾਣੀ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਬਹੁਤ ਜ਼ਿਆਦਾ ਵਧਾਈ ਦਿੰਦੀ ਹਾਂ ਕਿ ਤੁਸੀਂ ਕਸ਼ਮੀਰ ਦਾ ਨਾਮ ਰੌਸ਼ਨ ਕੀਤਾ, ਸਾਡੀ ਜਿਹੜੇ ਸਿੱਖ ਸਮਾਜ ਦਾ ਨਾਮ ਰੌਸ਼ਨ ਕੀਤਾ ਹੈ, ਤੇ ਨਾਲ ਹੀ ਇਸ ਸਮੇਂ ਤੁਹਾਡੇ ਪੇਰੈਂਟਸ ਨੂੰ ਤੁਹਾਡੇ ਤੇ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਹੋਵੇਗਾ। ਸਾਰਿਆਂ ਨੂੰ ਹੀ ਬਹੁਤ ਖੁਸ਼ੀ ਹੈ ਇਸ ਸਮੇਂ। ਤਾਂ ਕੀ ਕਹਿਣਾ ਚਾਹੁੰਦੇ ਹੋ ਜਦੋਂ ਇੰਨੇ ਸੋਹਣੇ ਜਿਹੜੇ ਨੰਬਰ ਤੁਸੀਂ ਲਏ ਨੇ ਉਹਦੇ ਬਾਰੇ? सबसे पहले तो मैं वाहिगुरु जी का शुक्रिया करना चाहूँगी, उसके बाद मैं अपने पेरेंट्स एंड देन उसके बाद मैं अपने टीचर्स का थैंक्स करना चाहूँगी बिकॉज़ पैंडेमिक के दौरान बहुत ज़्यादा प्रॉब्लम हो जाती है पढ़ाई में कंसंट्रेट कर पाना, तो इसके लिए मॉरल सपोर्ट होना तो बहुत ज़्यादा ज़रूरी है। तो उसके हुँ। लिए टीचर्स ने काफ़ी ज़्यादा सपोर्ट किया था, पेरेंट्स ने भी काफ़ी ज़्यादा सपोर्ट किया था, बाकी अपना हार्ड वर्क और स्मार्ट वर्क करके भी आप ये इतना ਅੱਛਾ, सब ਔਰ स्कोर कर। ਦੂਸਰਾ ਮੈਂ ਜਿਹੜੇ ਸਾਡੇ ਦੇਖ ਰਹੇ ਨੇ ਇੱਕ ਬਾਣੀ ਚੈਨਲ ਦਾ ਪਰਿਵਾਰ, ਹਾਂ ਤਨਜੀਤ ਕੌਰ ਜੀ ਹੋਣੀ ਹਿੰਦੀ ਦੇ ਵਿੱਚ ਗੱਲ ਕਰ ਰਹੇ ਨੇ, ਕਿਉਂਕਿ ਜ਼ਿਆਦਾਤਰ ਸਾਨੂੰ ਪਤਾ ਹੈ ਵੀ ਕਸ਼ਮੀਰ ਦੇ ਵਿੱਚ ਰਹਿੰਦੇ ਹੋਏ ਜ਼ਿਆਦਾਤਰ ਉੱਥੇ ਜਿਹੜੀ ਕਸ਼ਮੀਰੀ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ, ਇਹਨਾਂ ਵਾਲੀ ਜਿਹੜੀ ਭਾਸ਼ਾ ਜਿਹੜੀ ਕਿ ਮੈਨੂੰ ਲੱਗਦਾ ਮੈਨੂੰ ਸ਼ਾਇਦ ਨਹੀਂ ਆਉਂਦੀ, ਨਾ ਸਮਝ ਵੀ ਨਹੀਂ ਆਉਂਦੀ। ਤਾਂ ਫਿਰ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਜਿਹੜੀ ਆਪਦੀ ਜਿਸ ਵੀ ਭਾਸ਼ਾ ਦੇ ਵਿੱਚ ਤੁਸੀਂ ਕੰਫਰਟੇਬਲ ਮਹਿਸੂਸ ਕਰਦੇ ਹੋ ਉਹਦਾ ਉਹ ਪ੍ਰਯੋਗ ਕਰ ਰਹੇ ਨੇ, ਪਰ ਫਿਰ ਵੀ ਮੈਂ ਇਹਨਾਂ ਨੂੰ ਕਵਾਂਗੀ ਕਿ ਇੱਥੋਂ ਸਾਨੂੰ ਇਹ ਲੱਗਦਾ ਹੈ ਕਿ ਪੰਜਾਬੀ ਭਾਸ਼ਾ ਦਾ ਬਹੁਤਾ ਜ਼ਿਆਦਾ ਪ੍ਰਯੋਗ ਕਰਨਾ ਜਿਹੜਾ ਉਹਨੂੰ ਜਿਹੜੀ ਤਵੱਜੋ ਨਹੀਂ ਦਿੱਤੀ ਗਈ ਹੈ ਹੁਣ ਤੱਕ, ਇਸ ਕਰਕੇ ਪਰ ਹੁਣ ਹੋ ਰਿਹਾ, ਹੁਣ ਘਰ ਘਰ ਦੇ ਵਿੱਚ ਅਜਿਹਾ ਹੋ ਰਿਹਾ ਕਿ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਨਜੀਤ ਕੌਰ ਹੋਣਾ ਜੀ ਨਾਲ ਵੀ ਮੈਂ ਅੱਗੇ ਗੱਲ ਕਰਦੀ ਰਵਾਂਗੀ, ਪਰ ਮੈਂ ਪੂਰਾ ਇੱਥੇ ਪ੍ਰੋਮਿਸ ਲਵਾਂਗੀ ਕਿ ਜਦੋਂ ਨੈਕਸਟ ਟਾਈਮ ਆਪਾਂ ਗੱਲ ਕਰੀਏ ਤੁਸੀਂ ਪੰਜਾਬੀ ਜ਼ਰੂਰ ਸਿੱਖ ਲੈਣੀ ਹੈ ਉਦੋਂ ਤੱਕ। जी। ਕਿਉਂਕਿ ਤੁਸੀਂ ਦੇਖੋ, ਅਗਰ ਤੁਸੀਂ ਮਿਹਨਤ ਕਰਕੇ ਇੱਥੋਂ ਤੱਕ ਪਹੁੰਚ ਸਕਦੇ ਹੋ, ਇੰਨੇ ਸੋਹਣੇ ਨੰਬਰ ਲੈ ਸਕਦੇ ਹੋ, ਤਾਂ ਪੰਜਾਬੀ ਸਿੱਖਣਾ ਹੈ ਤਾਂ ਸਾਡੀ ਮਾਂ ਬੋਲੀ ਹੈ, ਤੁਸੀਂ ਜ਼ਰੂਰ ਸਿੱਖੋਗੇ। ਔਰ ਮੈਨੂੰ ਖੁਸ਼ੀ ਹੋਏਗੀ ਕਿ ਜਦੋਂ ਮੈਂ ਤਨਜੀਤ ਕੌਰ ਹੁਣ ਮੈਨੂੰ ਦੱਸਣਗੇ ਕਿ ਤੁਸੀਂ ਮੈਨੂੰ ਕਿਹਾ ਸੀ ਤੇ ਮੈਂ ਪੰਜਾਬੀ ਸਿੱਖ ਲਈ ਆ। ਔਰ ਚਲੋ ਹੁਣ ਆਉਂਦੇ ਆਪਾਂ ਇਸੇ ਗੱਲ ਦੇ ਉੱਤੇ, ਤੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਪੈਂਡੇਮਿਕ ਦੇ ਵਿੱਚ, ਹਨਾ, ਕੈਸਾ जी। ਸਾਰਿਆਂ ਨੂੰ ਇਹ ਲੱਗਦਾ ਸੀ ਕਿ ਬੱਚੇ ਨਾ ਅੱਜ ਕੱਲ ਇਹ ਸੋਚਦੇ ਪਏ ਆ ਕਿ ਸ਼ਾਇਦ ਸਾਡੀ ਪੜ੍ਹਾਈ ਨਾ ਰੁਕ ਜੇ ਗਈ ਹੈ, ਹੁਣ ਸਾਡਾ ਕੋਈ ਫਿਊਚਰ ਨਹੀਂ ਹੈਗਾ, ਅਸੀਂ ਕਿਵੇਂ ਇਸ ਚੀਜ਼ ਨੂੰ ਲੈ ਕੇ ਚੱਲੀਏ, ਹਨਾ, ਸਾਰਿਆਂ ਨੂੰ ਇਹ ਲੱਗਦਾ। ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ? ਲੱਗਦਾ कि ਮਿਹਨਤ ਦੇ ਨਾਲ ਹੀ ਇਹ ਅਚੀव ਕੀਤਾ? जी, हार्ड वर्क तो बहुत ज़्यादा ही ज़रूरी है, उसके बाद मतलब सब ये सोचते हैं कि पैंडेमिक में नहीं पढ़ा जाता। हाँ, बिकॉज़ टीचर्स के साथ फ़िज़िकल इंटरैक्शन नहीं हो पाती है, जिसकी वजह से मतलब वो सब नहीं हम कर पाते। क्वेश्चन्स होते हैं, काफ़ी ज़्यादा डाउट्स होते हैं, तो वो हम नहीं पूछ पाते हैं ऑनलाइन क्लासेस में। जैसे अगर हम फ़िज़िकली स्कूल जाएँगे या कोचिंग सेंटर्स जाएँगे, वहाँ पे अगर हम पूछेंगे, तो वो काफ़ी ज़्यादा ईज़ी रहता है हमारे लिए टीचर्स को पूछना। तो वैसे टीचर्स हमें इज़िली बता भी पाते हैं। तो आप सबको पता ही है कश्मीर के हालात, यहाँ पे कभी इंटरनेट होता है, कभी नहीं होता। तो ज़्यादातर यहाँ पे जब होता है तो जितना हो पाता है टीचर्स करवा लेते हैं, फिर नहीं होता तो फिर बुक्स वग़ैरह से भी पढ़ लेते हैं। लाइब्रेरीज़ हैं यहाँ पे, तो बुक्स की हेल्प से भी हो जाता है। और यहाँ के टीचर्स भी काफ़ी ज़्यादा सपोर्ट करते हैं स्टूडेंट्स को, मॉरली भी, तो ईज़ी रहता है उससे।
ਜੀ, ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਹੋ ਤੁਸੀਂ? मेरी स्कूलिंग हुई है सेंट जोसेफ हाई सेकेंडरी स्कूल बारामूला। ਜੀ। ਤੇ ਜਿਵੇਂ ਤੁਸੀਂ ਕਿਹਾ ਕਿ ਕਿਤੇ ਵੀ ਜਾ ਕੇ ਆਪਾਂ ਇੱਕ ਪੜ੍ਹਨ ਦਾ ਹੋਣਾ ਚਾਹੀਦਾ ਦਿਲ ਦੇ ਵਿੱਚ ਚਾਹ ਕਿ ਚਾਹੇ ਪੈਂਡੇਮਿਕ ਹੋਵੇ, ਕੋਵਿਡ ਦੇ ਦੌਰਾਨ ਹੋਵੇ ਜਾਂ ਜਿਸ ਬੱਚੇ ਨੇ ਸਿੱਖਣਾ ਉਹਨੇ ਸਿੱਖ ਹੀ ਲੈਣਾ ਹੈ। ਤੇ ਏਦਾਂ ਦਾ ਤਾਂ ਨਹੀਂ ਮੈਂ ਏਦਾਂ ਫੀਲ ਹੁੰਦਾ ਹੈ ਕਿ ਵੈਸੇ ਤਾਂ ਤੁਸੀਂ ਬਹੁਤ ਵਧੀਆ ਨੰਬਰ ਲਏ ਨੇ, ਇਸ ਤੋਂ ਵੱਧ ਤੇ ਕੀ ਹੋਪ ਆਪਾਂ ਹੁੰਦੀ ਹੈ ਚਲੋ ਟੌਪ ਹੁੰਦਾ। ਤਾਂ ਤੁਸੀਂ ਇਹ ਸੋਚਦੇ ਹੋ ਕਿ ਜੇਕਰ ਪੈਂਡੇਮਿਕ ਨਾ ਹੁੰਦਾ ਤੇ ਇਸ ਤੋਂ ਜ਼ਿਆਦਾ ਵੀ ਹੋਰ ਵੀ ਅੱਛਾ ਕਰ ਸਕਦੇ ਸੀ? जे कोविड ना होता। हाँ, बिकॉज़ एक तो 2 साल से कश्मीर में आई डोंट थिंक कि इससे पहले कभी भी ऑनलाइन क्लासेस किसी भी बच्चे ने ली होंगी, क्योंकि टीचर्स ने कभी भी इस मोड से नहीं पढ़ाया है। तो जब से कोविड हुआ है आई थिंक फ्रॉम 2019 2020 उसके बाद से फिर यहाँ पे टीचर्स को भी काफ़ी ज़्यादा प्रॉब्लम हुई थी। पहले तो इंटरनेट भी बंद हो गया था, उसके बाद फिर इंटरनेट स्टार्ट कर दिया था गवर्नमेंट ने। पहले इंटरनेट पे सिर्फ़ 2 जीबी स्पीड होती थी, जिसकी वज़ह से काफ़ी ज़्यादा प्रॉब्लमैटिक हो जाता था। स्पीड की वज़ह से ऑनलाइन क्लासेस अच्छे से नहीं हो पाती थी, तो फिर टीचर्स कभी घर बुलाते थे, कभी कहीं पे, तो फिर वैसे भी वो बहुत ज़्यादा हेल्प करते थे। जी, ते साइंस स्ट्रीम ही क्यों लिया? की सोचदे हो कि बिकॉज़ मेरी एम यही थी कि मैंने आगे जाके डॉक्टर ही बनना है, तो इसीलिए मैंने साइंस स्ट्रीम ही ली थी। अच्छा फिर अगे की सोचा होया है? अ, अभी तो मतलब 12th के रिज़ल्ट निकल गए हैं, अब नीट के एग्ज़ाम देना है, शायद मई में होगा, तो फिर देखते हैं क्या होगा। किद्दां दी तैयारी चल रही है नीट दे लई? ऑनलाइन ही चल रही है नीट की भी क्लासेस, तो वो भी अच्छी ही चल रही है। ਅੱਛਾ ਮਤਲਬ ਕਿ ਕਿੰਨਾ ਟਾਈਮ ਪੜ੍ਹਦੇ ਸੀ? ਜਿੱਦਾਂ ਹੁੰਦਾ ਨਾ ਮੋਸਟਲੀ ਕਿ ਮੈਨੂੰ ਵੀ ਤਾਂ ਜਾਣਨ ਦੇ ਵਿੱਚ ਇਹੀ ਹੋਊਗਾ ਸਾਰੇ ਬੱਚੇ ਸੋਚਦੇ ਹੋਣੇ ਆ ਕਿ ਇਹ ਮਤਲਬ ਕਿ ਜਿਹੜੇ ਬੱਚੇ ने ਇੰਨੇ ਨੰਬਰ ਲਏ ਨੇ, ਉਹ ਦੇਖੀਏ ਤਾਂ ਸਹੀ किवें पढ़िया होना? सब कहते हैं कि 24/7 पढ़ना ज़रूरी होता है, बट ऐसा इम्पोर्टेंट नहीं होता। मतलब अगर आप 4 घंटे भी पढ़ेंगे, 4 घंटे में से अगर आप सिर्फ़ 2 घंटे कंसंट्रेट करके पढ़ेंगे, तो जो वो 2 घंटे हैं, उसी में ही आपकी प्रोडक्टिविटी निकलेगी। तो बाकी जो एक्स्ट्रा आप पढ़ रहे हैं, उससे कुछ नहीं होता। जो आप इम्पोर्टेंट आपके 2 घंटे होते हैं, जिसमें आप पूरा अच्छे से कंसंट्रेट करते हैं, तो सारी प्रोडक्टिविटी उसी में ही होती है। इसके लिए आपको 24 आवर्स पढ़ने की ज़रूरत नहीं है या फिर शाम तक लेट तक जागने की ज़रूरत नहीं है। ਜੀ, ਜੀ, ਜੀ। ਤੇ ਜਿੱਦਾਂ ਹੁੰਦਾ ਨਾ ਕਿ ਸਭ ਤੋਂ ਜ਼ਿਆਦਾ ਘਰ ਦੇ ਵਿੱਚ ਕੌਣ ਕਹਿੰਦਾ ਹੈ ਕਿ ਪੜ੍ਹੋ, ਪੜ੍ਹੋ, ਪੜ੍ਹੋ ਜ਼ਿਆਦਾ ऐसा कोई टू बी वेरी ऑनेस्ट मुझे किसी ने कभी नहीं कहा है कि आप पढ़ो, पढ़ो बिकॉज़ मतलब ज़रूरत ही नहीं पड़ी। जब मेरा मन करता था मतलब वैसे नहीं मन करता था मुझे पता था कि मैंने ये अच्छे नंबर्स लाने हैं तो फिर मैं खुद ही पढ़ती थी। कभी किसी को ज़रूरत नहीं पड़ी बोलने की कि आप पढ़ो, पढ़ो। ਫੇਵਰਿਟ ਸਬਜੈਕਟ ਕਿਹੜਾ ਹੈ ਤੁਹਾਡਾ? ਮਤਲਬ ਇੱਕ ਹੁੰਦਾ ਨਾ ਕਿ ਜਿਹਨੂੰ ਮਨ ਲਗਾ ਕੇ ਬੰਦਾ ਪੜ੍ਹਦਾ। जी, मेरा फ़ेवरेट सब्जेक्ट है ज़ूलॉजी। ਜੀ। ਤੇ ਤੁਸੀਂ ਕਿਵੇਂ ਸੋਚਦੇ ਹੋ ਕਿ ਆਪਣੇ ਟਾਈਮ ਟੇਬਲ ਨੂੰ ਕਿੰਨਾ ਜ਼ਰੂਰੀ ਹੈ ਕਿ ਜਿੱਦਾਂ ਤੁਸੀਂ ਇਹ ਗੱਲ ਕਹੀ ਹੈ ਨਾ ਕਿ ਸਾਨੂੰ ਏਦਾਂ ਨਹੀਂ ਹੈ ਕਿ ਸਟਕ ਹੋ ਕੇ ਪੜ੍ਹਨਾ ਚਾਹੀਦਾ ਜਾਂ ਘਬਰਾ ਕੇ ਪੜ੍ਹਨਾ ਚਾਹੀਦਾ ਵੀ ਜਿੰਨਾ ਵੀ ਟਾਈਮ ਪੜ੍ਹੋ ਉਹਨੂੰ ਅੱਛੇ ਤਰੀਕੇ ਦੇ ਨਾਲ पढ़ो ਤਾਂ ਕਿਵੇਂ ਟਾਈਮ ਟੇਬਲ ਮੈਨੇਜमेंट ਕਿੱਦਾਂ ਕਰਦੇ ਹੋ? पहले सुबह उठती थी तो सुबह पहले स्कूल की क्लासेस हो जाती थी ऑनलाइन, देन उसके बाद ब्रेक मिल जाती थी। 10 बजे तक ऑनलाइन क्लासेस स्कूल की खत्म हो जाती थी। 11 बजे से 1 बजे तक ब्रेक होती थी, उसमें मैं 1 घंटा पढ़ती थी, फिर 15 मिनट्स की ब्रेक लेती थी, फिर उसके बाद फिर से स्टार्ट करती थी। देन उसके बाद मेरी ये ट्यूशन की क्लासेस होती थी। ट्यूशन की क्लासेस हमारी 1 ओ क्लॉक से स्टार्ट होती थी, फिर एंड हो जाती थी 5 तक। फिर 5 के बाद मैं हाफ एन आवर की ब्रेक लेती थी। देन उसके बाद फिर 6 बजे से मैं स्टार्ट करती थी पढ़ना रात के 9 बजे तक। लाइक मेरा यही टाइम टेबल था। फिर जिस दिन जैसे संडे होता है तो उस दिन छुट्टी होती है, कोई ऑनलाइन क्लास नहीं होती। तो फिर उस टाइम आपने सुबह पढ़ लिया या दिन में दोपहर में पढ़ लिया, तो वैसे ही। ਔਰ ਕੀ ਕਹਿਣਾ ਚਾਹੋਗੇ ਜਿੱਦਾਂ ਤੁਸੀਂ ਕਿੰਨੀਆਂ ਸਾਰੀਆਂ ਪ੍ਰੋਬਲਮਸ ਵੀ ਤੁਸੀਂ ਦੱਸਿਆ ਕਸ਼ਮੀਰ ਦੇ ਵਿੱਚ ਮੋਸਟਲੀ ਹੁੰਦੀਆਂ ਨੇ। ਕੀ ਕਹਿਣਾ ਚਾਹੋਗੇ ਬੱਚਿਆਂ ਨੂੰ ਤੁਹਾਡਾ ਕੀ ਮੈਸੇਜ ਰਹੇਗਾ ਕਿ ਆਪਣੇ ਗੋਲ ਨੂੰ ਕਿਵੇਂ ਸੈੱਟ ਕਰੋ, ਕਿਵੇਂ ਅੱਗੇ ਲੈ ਕੇ ਚੱਲੋ, ਕਿਵੇਂ ਆਪਣਾ
ਸਾਰੀ ਮੈਨੇਜਮੈਂਟਸ ਹੁੰਦੀਆਂ, ਕਿਉਂਕਿ ਇੱਕ ਸਟੂਡੈਂਟ ਲਾਈਫ ਦੇ ਵਿੱਚ ਵੀ ਬਹੁਤ ਸਾਰੀਆਂ ਸਾਨੂੰ ਹੁੰਦੇ ਨੇ ਨਾ ਫਿਕਰ, ਤਾਂ ਕੀ ਤੁਹਾਡਾ ਕੀ ਕਹਿਣਾ ਬੱਚਿਆਂ ਨੂੰ? पैंडेमिक के चलते तो काफ़ी बच्चे डिप्रेस्ड भी हो गए हैं बिकॉज़ कंसिस्टेंट नहीं रहता इंसान। मतलब ऑनलाइन क्लासेस होती हैं फ़ोन पे 24 आवर्स, फिर 24/7 देखना पड़ता है। उसकी स्क्रीन की वज़ह से काफ़ी बच्चों की आईसाइट भी वीक हो जाती है। तो फिर मैं यही रिकमेंड करूँगी कि अगर वो फ़ोन से कम ही पढ़ें, बुक्स ही ज़्यादा प्रेफ़र करें, और कहीं पे भी अगर उनको हेल्प चाहिए हो, वो अपने टीचर्स को बोलें या अपनी फैमिली मेंबर्स के साथ बात करें। कहीं पे भी वो मतलब डिस्ट्रैक्ट फ़ील करें तो अपने पेरेंट्स के साथ बात करें, या फिर अगर पेरेंट्स के साथ नहीं कर सकते, किसी फ्रेंड के साथ, अगर फ्रेंड नहीं तो फिर किसी टीचर के साथ। ऐसे वो अपनी डिस्ट्रैक्शन को अवॉइड कर सकते हैं। मोटिवेशन के लिए उनको खुद ही मोटिवेशन अपनी बनानी पड़ेगी, किसी की मोटिवेशन लेने की ज़रूरत नहीं पड़ेगी, क्योंकि जी, किसी की कुछ टाइम के लिए होती है, और अगर हम खुद की मोटिवेशन खुद में ही ढूँढेंगे तो वो काफ़ी ज़्यादा बेटर रहता है, और वो काफ़ी ज़्यादा टाइम के लिए रहता है। ਬਿਲਕੁਲ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਤਲਜੀਤ ਕੌਰ ਹੋਣੀ ਸਾਡੇ ਨਾਲ ਗੱਲ ਕਰ ਰਹੇ ਨੇ, ਏਦਾਂ ਹੀ ਇੱਕ ਬੱਚੀ ਪ੍ਰਭਕਿਰਨ ਵੀ ਸਾਡੇ ਨਾਲ ਜੁੜ ਰਹੀ ਸੀ, ਲੇਕਿਨ ਨੈਟਵਰਕ ਇਸ਼ੂ ਦੇ ਕਰਕੇ ਸੰਪਰਕ ਨਹੀਂ ਹੋ ਪਾਇਆ। ਤਾਂ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰੀਏ। ਬਹੁਤ ਸਾਰੇ ਬਾਰਾਮੂਲਾ ਤੋਂ ਲਗਭਗ ਮੈਨੂੰ ਲੱਗਦਾ 6-7 ਬੱਚੇ ਨੇ ਜਿਨ੍ਹਾਂ ਨੇ ਇੰਨੇ ਸੋਹਣੇ ਨੰਬਰ ਲਏ ਨੇ, ਔਰ ਇਹ ਬੱਚੇ ਜਿਹੜੇ, ਜਿੱਦਾਂ ਮੈਂ ਕੈਪਸ਼ਨ ਦੇ ਵਿੱਚ ਵੀ ਲਿਖਿਆ ਕਿ ਇਹ ਬੱਚੇ ਸਾਨੂੰ ਮਾਣ ਮਹਿਸੂਸ ਕਰਾਉਂਦੇ ਨੇ। ਇਹਨਾਂ ਦੇ ਨਾਲ ਗੱਲ ਕਰਦੇ ਹੋਏ, ਇਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਹੋਏ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਬੱਚਿਆਂ ਨੇ ਵੀ ਕੁਝ ਬਹੁਤ ਅੱਛਾ ਅਚੀਵ ਕੀਤਾ, ਔਰ ਨਾਲ ਹੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਹੁਣ ਸਾਡੇ ਬੱਚੇ ਵੀ ਹੋਣਗੇ, ਹੈ ਵੀ ਨੇ। ਬਹੁਤ ਸਾਰੀਆਂ ਬੁਲੰਦੀਆਂ ਦੇ ਉੱਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਬੱਚਿਆਂ ਨੇ ਸਾਡਾ ਨਾਮ ਰੌਸ਼ਨ ਕੀਤਾ ਹੋਇਆ ਹੈ। ਔਰ ਫਿਰ ਤੋਂ ਮੈਂ ਇੱਕ ਵਾਰੀ ਮੈਂ ਇੱਥੇ ਜ਼ਰੂਰ, ਜਿੰਨੇ ਵੀ ਸਾਡੇ ਇੱਕ ਬਾਣੀ ਚੈਨਲ ਦੇ ਬਹੁਤ ਸਾਰੇ ਜਿਹੜੇ ਸਾਡੇ ਮੈਂਬਰ ਨੇ, ਤੁਹਾਨੂੰ ਬਹੁਤ ਸਾਰਾ ਪਿਆਰ, ਬਹੁਤ ਸਾਰੀ ਵਧਾਈ, ਕਾਂਗਰੈਟਸ ਕਹਿ ਰਹੇ ਨੇ। ਬਹੁਤ ਸਾਰੇ थैंक यू। ਸਾਡੇ ਦਰਸ਼ਕ ਨੇ ਜਿਹੜੇ, ਔਰ ਇਹੀ ਸਾਰੀਆਂ ਮੁਬਾਰਕਾਂ, ਇਹੀ ਸਾਰੀਆਂ ਦੁਆਵਾਂ, ਇਹੀ ਵਾਹਿਗੁਰੂ ਪ੍ਰਮਾਤਮਾ ਦਾ ਸਾਥ, ਇਹ ਤੁਹਾਨੂੰ ਅੱਗੇ ਜ਼ਿੰਦਗੀ ਦੇ ਵਿੱਚ ਹੋਰ ਵੀ ਬਹੁਤ ਸਾਰੀ ਜਿਹੜੀ ਤਰੱਕੀ ਦੇਗਾ। ਔਰ ਜਿਸ ਤਰ੍ਹਾਂ ਦੇ ਨਾਲ ਹੁਣ ਆਪਣੀ ਮਿਹਨਤ ਦਾ ਏਮ ਲੈ ਕੇ ਤੁਰੇ ਹੋ, ਇਉਂ ਹੀ ਤੁਸੀਂ ਲੈ ਕੇ ਤੁਰੋ, ਔਰ ਤੁਹਾਡੀ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹੋ, ਔਰ ਤੁਹਾਡੇ ਚੰਗੇ ਭਵਿੱਖ ਦੇ ਲਈ ਅਸੀਂ ਅਰਦਾਸ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਤਨਜੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।